ਸਾਡੇ ਕੋਲ ਬਖਤੌਰ ਸਿੰਘ ਢਿੱਲੋਂ ਜੀ ਸੀਨੀਅਰ ਪੱਤਰਕਾਰ ਤੇ ਰਣਦੀਪ ਸਿੰਘ ਆਲੂਵਾਲੀਆ ਜੀ ਮੌਜੂਦ ਨੇ। ਜੋ ਹਾਲਾਤ ਇਸ ਵਕਤ ਰਾਜ ਦੇ ਬਣੇ ਹੋਏ ਹੈ ਉਹਨਾਂ ਤੇ ਗੱਲਬਾਤ ਕਰਨੀ, ਚਰਚਾ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਇੱਕ ਸੁਖਦ ਮਾਹੌਲ ਰਾਜ ਦੇ ਵਿੱਚ ਮੁੜ ਸਥਾਪਿਤ ਕੀਤਾ ਜਾ ਸਕੇ। ਉਹ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਗੱਲਾਂ ਵਿਗੜ ਚੁੱਕੀਆਂ ਨੇ ਤੇ ਕਿਹੜੇ ਉਹ ਉਦਮ ਹੋਣਗੇ ਜਿਨ੍ਹਾਂ ਨਾਲ ਇਹ ਸਾਰਾ ਮਾਹੌਲ ਫਿਰ ਸਾਵਾਂ ਬਣ ਸਕੇਗਾ ਤੇ ਸਾਡਾ ਪੰਜਾਬ ਹੱਸਦਾ ਰਸਦਾ ਵਸਦਾ ਪੰਜਾਬ ਬਣ ਸਕੇਗਾ। ਮੈਂ ਬੇਨਤੀ ਕਰਦਾ ਰਣਦੀਪ ਜੀ ਨੂੰ ਕਿ ਇਹ ਚਰਚਾ ਸ਼ੁਰੂ ਕੀਤੀ ਜਾਏ। ਸਾਡੇ ਨਾਲ ਅੱਜ ਬਹੁਤ ਹੀ ਸਾਡੇ ਸੀਨੀਅਰ ਪੱਤਰਕਾਰ ਸਾਡੇ ਦੋਸਤ ਬਖਤੌਰ ਸਿੰਘ ਜੀ ਢਿੱਲੋਂ ਮੌਜੂਦ ਨੇ। ਢਿੱਲੋਂ ਜੀ ਅਜਿਹੇ ਪੱਤਰਕਾਰ ਨੇ ਜੋ ਕਿ ਹਮੇਸ਼ਾ ਹੀ ਲੋਕਾਂ ਦੇ ਵਿੱਚ ਰਹਿੰਦੇ ਨੇ, ਲੋਕਾਂ ਦੀ ਨਬਜ਼ ਨੂੰ, ਲੋਕਾਂ ਦੀਆਂ ਇੱਛਾਵਾਂ ਨੂੰ, ਲੋਕਾਂ ਦੀਆਂ ਖਾਹਿਸ਼ਾਂ ਨੂੰ ਤੇ ਲੋਕਾਂ ਦੇ ਸੁਪਨਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਤੇ ਆਓ ਆਪਾਂ ਜਾਣਦੇ ਹਾਂ ਢਿੱਲੋਂ ਸਾਹਿਬ ਤੋਂ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖੇਤੀ ਨਾਲ ਸੰਬੰਧਿਤ 3 ਬਿੱਲ ਆਏ ਨੇ ਤੇ ਉਸ ਨੂੰ ਲੈ ਕੇ ਪੰਜਾਬ ਦੀ ਕਿਸਾਨੀ ਕਾਫੀ ਗੁੱਸੇ ਵਿੱਚ ਹੈ ਤੇ ਉਸ ਕਾਰਨ ਜੋ ਮਾਹੌਲ ਬਣਿਆ, ਮੈਂ ਢਿੱਲੋਂ ਸਾਹਿਬ ਨੂੰ ਇਹੀ ਪੁੱਛਣਾ ਚਾਹਾਂਗਾ ਕਿ ਉਹ ਕੀ ਦੇਖਦੇ ਨੇ ਇਸ ਵੇਲੇ ਜੋ ਫੀਲਡ ਦੇ ਵਿੱਚ ਇਸ ਜੋ ਸੰਘਰਸ਼ ਚੱਲ ਰਿਹਾ ਹੈ, ਜੋ ਕਿਸਾਨਾਂ ਦਾ ਸੰਘਰਸ਼ ਹੈ, ਉਹਦੀ ਕੀ ਸਥਿਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਰੂਪ ਵਿੱਚ ਸਾਡੇ ਸਾਹਮਣੇ ਆ ਸਕਦਾ ਹੈ। ਢਿੱਲੋਂ ਸਾਹਿਬ। ਅਨਵਰ ਜੀ, ਜਿਵੇਂ ਕਿ ਤੁਸੀਂ ਫਰਮਾਇਆ ਹੈ, ਜਿਹੜਾ ਮੌਜੂਦਾ ਸੰਘਰਸ਼ ਹੈ, ਇਸ ਸੰਘਰਸ਼ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਮੈਂ ਦੇਖ ਰਿਹਾ ਉਹ ਹੈ ਬੇਚੈਨੀ। ਬੇਚੈਨੀ ਉਦੋਂ ਪੈਦਾ ਹੁੰਦੀ ਹੈ ਕਿਸੇ ਵੀ ਵਰਗ ਦੇ ਵਿੱਚ, ਕਿਸੇ ਵੀ ਭਾਈਚਾਰੇ ਦੇ ਵਿੱਚ, ਜਦੋਂ ਉਹਨੂੰ ਇਹ ਮਹਿਸੂਸ ਹੋਵੇ ਕਿ ਸਮੇਂ ਦੀ ਸਰਕਾਰ ਉਹਦੇ ਮੁਤਾਬਕ ਜਿਹੜੀ ਹੈ ਉਹਦੇ ਹਿੱਤਾਂ ਦੀ ਪੂਰਤੀ ਨਹੀਂ ਕਰਦੀ, ਸਗੋਂ ਉਹਦੇ ਖਿਲਾਫ ਭੁਗਤਦੀ ਹੈ। ਜਿਹੜੇ ਲੋਕ ਉਹਦੀ ਲੁੱਟ ਖਸੁੱਟ ਕਰਨ ਵਾਲੇ ਹੈ ਉਹਨਾਂ ਦੀ ਫੇਵਰ ਕਰਦੀ ਹੈ। ਜਦੋਂ ਅਸੀਂ ਬੀਤੇ ਤੇ ਨਜ਼ਰ ਮਾਰਦੇ ਹਾਂ, ਈਸਟ ਇੰਡੀਆ ਕੰਪਨੀ ਵਪਾਰ ਕਰਨ ਵਾਸਤੇ ਆਈ ਸੀ। ਈਸਟ ਇੰਡੀਆ ਕੰਪਨੀ ਇਸ ਦੇਸ਼ ਦੀ ਮਾਲਕ ਬਣ ਕੇ ਬੈਠੀ। ਉਸ ਸਮੇਂ ਦੇ ਦੌਰਾਨ ਸਾਡੇ ਸੱਭਿਆਚਾਰ ਨਾਲ, ਸਾਡੇ ਧਰਮ ਨਾਲ, ਸਾਡੀ ਆਰਥਿਕਤਾ ਦੇ ਨਾਲ ਕਾਫੀ ਜਿਹੜੀ ਹੈ ਧੱਕੇਸ਼ਾਹੀ ਹੋਈ ਹੈ। ਔਰ ਜੰਗੇ ਆਜ਼ਾਦੀ ਦੀ ਮੂਵਮੈਂਟ ਚੱਲੀ। ਜੰਗੇ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ ਮੈਂ ਸਿਰਫ 2 ਲਹਿਰਾਂ ਦਾ ਜ਼ਿਕਰ ਕਰਨਾ ਚਾਹੂੰਗਾ। ਲਹਿਰਾਂ ਬਹੁਤ ਹੈ। ਇੱਕ ਲਹਿਰ ਹੈ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ। ਗੁਰਦੁਆਰਾ ਸੁਧਾਰ ਲਹਿਰ ਇਸ ਕਰਕੇ ਪੈਦਾ ਹੋਈ ਸੀ ਕਿਉਂਕਿ ਉਸ ਵੇਲੇ ਸਾਡੇ ਗੁਰਦੁਆਰਾ ਸਿਸਟਮ ਦੇ ਉੱਤੇ ਜਿਹੜੇ ਮਹੰਤ ਜਾਂ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਅੱਜ ਦੇ ਸਮੇਂ ਦੇ ਵਿੱਚ ਮਸੰਦ ਕਹਿ ਲਈਏ, ਮਸੰਦ ਕਾਬਜ਼ ਸੀ। ਸਮੇਂ ਦੀ ਹਕੂਮਤ ਉਹਨਾਂ ਦੀ ਮਦਦ ਕਰਦੀ ਸੀ। ਸਿੱਖ ਭਾਈਚਾਰਾ ਇਹ ਮਹਿਸੂਸ ਕਰਦਾ ਸੀ ਕਿ ਇਹ ਸਾਡੇ ਨਾਲ ਜ਼ਿਆਦਤੀ ਹੁੰਦੀ ਹੈ, ਧੱਕਾ ਹੁੰਦਾ ਹੈ। ਔਰ ਫਿਰ ਜਿਹੜੀ ਉਹ ਮੂਵਮੈਂਟ ਚੱਲੀ, ਉਸ ਮੂਵਮੈਂਟ ਦੇ ਵਿੱਚ ਕਿੰਨੀਆਂ ਜ਼ਿਆਦਤੀਆਂ ਹੋਈਆਂ, ਕਿੰਨੇ ਧੱਕੇ ਹੋਏ ਤੇ ਅਲਟੀਮੇਟਲੀ ਇੱਕ ਸਮਾਂ ਉਹ ਆਇਆ ਜਦੋਂ ਚਾਬੀਆਂ ਦਾ ਮੋਰਚਾ ਸਿੱਖ ਭਾਈਚਾਰੇ ਨੇ ਜਿੱਤਿਆ ਤੇ ਚਾਬੀਆਂ ਸਿੱਖ ਭਾਈਚਾਰੇ ਦੇ ਹਵਾਲੇ ਕੀਤੀਆਂ। ਉਦੋਂ ਦੇਸ਼ ਦੀ ਜੰਗੇ ਆਜ਼ਾਦੀ ਦੇ ਜਿਹੜੇ ਆਪਾਂ ਸਭ ਤੋਂ ਵੱਡੇ ਨਾਇਕ ਕਹਿ ਸਕਦੇ ਹਾਂ, ਮਹਾਤਮਾ ਗਾਂਧੀ ਨੇ ਗੱਲ ਕਹੀ ਸੀ ਕਿ ਜੰਗੇ ਆਜ਼ਾਦੀ ਦਾ ਪਹਿਲਾ ਪੜਾਅ ਜਿੱਤ ਲਏ। ਹੁਣ ਦੂਜਾ ਪੜਾਅ ਜਿਹੜਾ ਹੈਗਾ ਅਸੀਂ ਕਹਾਂਗੇ ਸਾਡੀ ਫਿਰ ਜਿਹੜੀ ਹੈ 1947 ਵਾਲੀ ਆਜ਼ਾਦੀ ਦਾ ਹੋਵੇ। ਬੜੇ ਉਤਰਾਅ ਚੜ੍ਹਾਅ ਆਏ, ਲੇਕਿਨ ਬਹੁਤ ਸਾਰੇ ਲੋਕਾਂ ਦੇ ਮਤਭੇਦ ਹੋ ਸਕਦੇ ਹੈ। ਮੈਂ ਮਹਾਤਮਾ ਗਾਂਧੀ ਦੇ ਜਿਹੜੇ ਕੰਮ ਕਰਨ ਦੇ ਤੌਰ ਤਰੀਕੇ ਸੀ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿਉਂਕਿ ਅੱਜ ਦੇ ਜ਼ਮਾਨੇ 'ਚ ਉਹਨਾਂ ਦੀ ਬਹੁਤ ਲੋੜ ਹੈ। ਮਹਾਤਮਾ ਗਾਂਧੀ ਸ਼ਾਂਤਮਈ ਅੰਦੋਲਨ ਚਲਾਉਂਦੇ ਸੀ। ਜਦੋਂ ਉਹਨਾਂ ਦਾ ਅੰਦੋਲਨ ਵਾਇਲੈਂਟ ਹੋਣ ਲੱਗਦਾ ਸੀ, ਇੱਕਦਮ ਉਹ ਅੰਦੋਲਨ ਮੁਲਤਵੀ ਕਰ ਦਿੰਦੇ ਸੀ, ਕਦੇ ਵਾਇਲੈਂਟ ਨਹੀਂ ਹੋਣ ਦਿੰਦੇ ਸੀ। ਅੱਜ ਅਸੀਂ ਜੇ ਦੇਖਦੇ ਹਾਂ ਤਾਂ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਬੇਚੈਨੀ ਹੈ। ਪੰਜਾਬ ਦੇ ਕਿਸਾਨਾਂ ਦੇ ਵਿੱਚ ਗੁੱਸਾ ਹੈ। ਕਿਹਦੇ ਪ੍ਰਤੀ? ਕੇਂਦਰ ਸਰਕਾਰ ਪ੍ਰਤੀ। ਪੰਜਾਬ ਦੀ ਸਰਕਾਰ ਤੋਂ ਉਹਨਾਂ ਨੂੰ ਕਾਫੀ ਉਮੀਦਾਂ ਸੀ ਕਿ ਪੰਜਾਬ ਦੀ ਸਰਕਾਰ ਸਾਡੇ ਹੱਕ ਵਿੱਚ ਭੁਗਤੂਗੀ। ਜਿੰਨਾ ਪੰਜਾਬ ਦੀ ਸਰਕਾਰ ਕਰ ਸਕਦੀ ਸੀ ਉਹਨਾਂ ਨੇ ਕੀਤਾ। ਪੈਰਲਲ ਬਿੱਲ ਲੈਂਦੇ, ਉਹਨਾਂ ਨੇ ਇੱਕ ਰੈਜੂਲੇਸ਼ਨ ਪਾਸ ਕਰਕੇ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਵੀ ਕਰ ਦਿੱਤਾ। ਪਰ ਇਹਦੇ ਬਾਵਜੂਦ ਭਾਵੇਂ ਕੁਝ ਇੱਕ ਤਰ੍ਹਾਂ ਨਾਰਾਜ਼ ਵੀ ਹੈ, ਲੇਕਿਨ ਫਿਰ ਵੀ ਕਿਸਾਨ ਤਸੱਲੀ ਜੀ ਕਰਦੇ ਹੈ ਕਿ ਚਲੋ ਉਹ ਜਾਣੇ ਮਾੜਾ ਮੋਟਾ ਪੰਜਾਬ ਦੀ ਸਰਕਾਰ ਨੇ ਸਾਡੇ ਹੱਕ 'ਚ ਨਾਅਰਾ ਤਾਂ ਮਾਰਿਆ। ਇਹਦੇ ਬਾਵਜੂਦ ਵੀ ਜੇ ਆਪਾਂ ਦੇਖੀਏ ਤਾਂ ਦੋਨਾਂ ਧਿਰਾਂ ਦੇ ਦਰਮਿਆਨ ਜਿਹੜੀ ਬੇਚੈਨੀ ਸੀ, ਪਹਿਲਾਂ ਜਿਹੜੇ ਮਤਭੇਦ ਸੀ, ਉਹ ਟਕਰਾਅ ਦੀ ਸ਼ਕਲ 'ਚ ਆ ਗਈ। ਜਿਸ ਤਰ੍ਹਾਂ ਦੇ ਨਾਲ ਟ੍ਰੇਨਾਂ ਬੰਦ ਕੀਤੀਆਂ, ਟ੍ਰੇਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ, ਨਾ ਸਿਰਫ ਖੇਤੀ ਦਾ,
ਇੰਡਸਟਰੀ ਜਿਹੜੀ ਸਾਡੀ ਪਹਿਲਾਂ ਹੀ ਤਬਾਹ ਹੋਈ ਪਈ ਸੀ, ਜਿਸ ਵੇਲੇ ਪਹਾੜੀ ਰਾਜਾਂ ਨੂੰ ਵਿਸ਼ੇਸ਼ ਕਨਸੈਸ਼ਨ ਦਿੱਤੇ ਆ, ਉਦੋਂ ਇੰਡਸਟਰੀ ਇੱਥੋਂ ਮਾਈਗ੍ਰੇਟ ਕਰਕੇ ਪਹਾੜੀ ਰਾਜਾਂ ਚਲੀ ਗਈ ਸੀ। ਹੁਣ ਜਿਹੜੀ ਸਾਡੇ ਕੋਲ ਥੋੜੀ ਬਹੁਤੀ ਇੰਡਸਟਰੀ ਹੈ, ਇਸ ਵੇਲੇ ਦੀ ਤੁਸੀਂ ਸਥਿਤੀ ਦੇਖੋ ਕੀ ਹੈ। 2 ਵੱਡੇ ਸੈਂਟਰ ਸਾਡੇ ਕੋਲ, ਅੰਮ੍ਰਿਤਸਰ ਜਿੱਥੇ ਸਾਡੀ ਡਰਾਈ ਪੋਰਟ ਹੈ, ਅਸੀਂ ਕਹਿ ਸਕਦੇ ਹਾਂ ਖੁਸ਼ਕ ਬੰਦਰਗਾਹ, ਖਾੜੀ ਦੇ ਦੇਸ਼ਾਂ ਨੂੰ ਸਾਡਾ ਸਮਾਨ ਜਾਂਦਾ, ਤੇ ਦੂਸਰਾ ਹੈਗਾ ਲੁਧਿਆਣਾ। ਲੁਧਿਆਣੇ ਦੇ ਵਿੱਚ ਕਿੰਨਾ ਹੌਜ਼ਰੀ ਦਾ ਸਮਾਨ ਪਿਆ, ਸਪੋਰਟਸ ਦਾ ਸਮਾਨ ਕਿੰਨਾ ਜਲੰਧਰ ਦੇ ਵਿੱਚ ਪਿਆ, ਸਾਰੇ ਦਾ ਸਾਰਾ ਬਲਾਕ ਹੋਇਆ ਪਿਆ ਹੈ। ਜੇ ਇਹਨੂੰ ਦੇਖੀਏ ਤਾਂ ਇਹ 1-2 ਨਹੀਂ, ਹਜ਼ਾਰਾਂ ਕਰੋੜ ਰੁਪਏ ਦਾ ਮਾਲ ਸਾਡੇ ਕੋਲ ਜਿਹੜਾ ਹੈਗਾ ਉਹ ਜਮਾ ਹੋਇਆ ਪਿਆ। ਉਹਦੀ ਵਜ੍ਹਾ ਕਾਰਨ ਜਿੱਥੇ ਪਹਿਲਾਂ ਕਿਸਾਨ ਬੇਚੈਨ ਸੀ, ਹੁਣ ਦਰਮਿਆਨਾ ਤਬਕਾ ਵੀ ਬੇਚੈਨ ਹੈ ਤੇ ਕਾਰੋਬਾਰੀ ਭਾਈਚਾਰਾ ਵੀ ਬੇਚੈਨ ਹੈ। ਇਹ ਬੇਚੈਨੀ ਹੈ ਜਿਹੜੀ ਬਾਅਦ ਦੇ ਵਿੱਚ ਬੇਗਾਨਗੀ ਦੇ ਵਿੱਚ ਪੈਦਾ ਹੁੰਦੀ ਹੈ, ਤੇ ਜਦੋਂ ਬੇਗਾਨਗੀ ਪੈਦਾ ਹੁੰਦੀ ਹੈ ਬੜੀ ਖਤਰਨਾਕ ਹੁੰਦੀ ਹੈ। ਜੇ ਹੁਣ ਆਪਾਂ ਦੇਖੀਏ ਜਿਹੜੀ ਇਹ ਕਿਸਾਨ ਐਜੀਟੇਸ਼ਨ ਚੱਲਦੀ ਹੈ, ਕਿਸਾਨ ਐਜੀਟੇਸ਼ਨ ਦੇ ਵਿੱਚ 2 ਕਿਸਮ ਦੇ ਲੋਕ ਹੈ। ਇੱਕ ਲੋਕ ਉਹ ਹੈ ਜਿਹੜੇ ਬੜੇ ਸਿਆਣੇ ਹੈ, ਜਿਹੜੀ ਬੜੀ ਮੈਚੁਰ ਲੀਡਰਸ਼ਿਪ ਹੈ, ਜਿਹੜੇ ਬੜੇ ਤਰੀਕੇ ਦੇ ਨਾਲ ਆਪਦਾ ਅੰਦੋਲਨ ਲੈ ਕੇ ਜਾਂਦੇ ਹੈ, ਔਰ ਜਦੋਂ ਉਹ ਦੇਖਦੇ ਆ ਕਿ ਅੰਦੋਲਨ ਹੁਣ ਜਿਹੜਾ ਹੈ ਕੋਈ ਗਲਤ ਟਰਨ ਲੈਂਦਾ ਹੈ, ਉਸ ਵੇਲੇ ਥੋੜਾ ਜਿਹਾ ਬੈਕ ਵੀ ਲਾਉਂਦੇ। ਇੱਥੇ ਮੈਂ ਕਹੂੰਗਾ ਕਿ ਉਹ ਮਹਾਤਮਾ ਗਾਂਧੀ ਵਾਲੀ ਪਾਲਿਸੀ ਤੇ ਚੱਲਦੇ ਹੈ, ਔਰ ਇਹ ਚੱਲਣਾ ਚਾਹੀਦਾ ਵੀ ਹੈ। ਲੇਕਿਨ ਇੱਕ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਹੁਣ ਤੱਕ ਜਿੰਨੇ ਵੀ ਸੰਘਰਸ਼ ਹੋਏ ਹੈ, ਤੁਸੀਂ ਟਾਈਮ ਯਾਦ ਕਰੋ, ਉਹ ਜਦੋਂ ਪੰਜਾਬ ਦੇ ਕਾਲੇ ਦੌਰ ਦੀ ਸ਼ੁਰੂਆਤ ਹੋਈ ਹੈ, ਕਾਲੇ ਦੌਰ ਦੀ ਸ਼ੁਰੂਆਤ ਵੇਲੇ ਜਿਹੜੀ ਹੈ ਯੂਥ ਹੈ, ਯੂਥ ਨੂੰ ਮਾਪੇ ਰੋਕਦੇ ਹੁੰਦੇ ਸੀ ਕਿ ਤੁਸੀਂ ਇਹ ਇਕੱਠਾਂ 'ਚ ਨਾ ਹਿੱਸਾ ਲਓ। ਹੁਣ ਸਥਿਤੀ ਉਲਟ ਹੋਈ ਵੀ ਹੈ। ਹੁਣ ਮਾਪੇ ਯੂਥ ਨੂੰ ਕਹਿੰਦੇ ਕਿ ਅੰਦੋਲਨ ਚੱਲਦਾ, ਤੁਸੀਂ ਅੰਦੋਲਨ ਜਾਓ। ਜਿੰਨਾ ਅੰਦੋਲਨ ਤੁਸੀਂ ਦੇਖੋਗੇ ਇਸ ਅੰਦੋਲਨ ਦੇ ਵਿੱਚ, ਜੇ 100% ਪਾਰਟਿਸਿਪੇਸ਼ਨ ਤੇ 70% ਦੇ ਵਿੱਚ ਨੌਜਵਾਨੀ ਦੀ ਹੈ, ਔਰ ਨੌਜਵਾਨ ਦੇ ਵਿੱਚ ਜਿਹੜੀ ਇਹ ਫਰਸਟ੍ਰੇਸ਼ਨ ਹੁੰਦੀ ਹੈ, ਜਿਹਨੂੰ ਅਸੀਂ ਨਿਰਾਸ਼ਤਾ ਕਹਿੰਦੇ, ਬੜੀ ਖਤਰਨਾਕ ਹੁੰਦੀ ਹੈ। ਨੌਜਵਾਨ ਸ਼ਕਤੀ ਨੂੰ ਜੇ ਅਸੀਂ ਇਸਤੇਮਾਲ ਕਰੀਏ ਤਾਂ ਉਹ ਦੇਸ਼ ਦੀ ਉਸਾਰੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ। ਲੇਕਿਨ ਜਦੋਂ ਨੌਜਵਾਨ ਆਬਾਦੀ ਇਹ ਦੇਖਦੀ ਹੈ ਕਿ ਸਾਡੇ ਨਾਲ ਧੱਕਾ ਹੁੰਦਾ ਹੈ ਔਰ ਉਹ ਨਿਰਾਸ਼ ਹੁੰਦੀ ਹੈ, ਤੇ ਨਿਰਾਸ਼ਾ ਦੇ ਵਿੱਚ ਫਿਰ ਉਹਦਾ ਗਲਤ ਇਸਤੇਮਾਲ ਹੁੰਦਾ ਹੈ। ਕੁਛ ਉਹ ਤਾਕਤਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਾਡੇ ਦੇਸ਼ ਨਾਲ ਸੰਬੰਧਿਤ ਹੈ, ਉਹ ਵੀ ਇਸਤੇਮਾਲ ਕਰਦੀਆਂ। ਮੋਰਓਵਰ ਮੈਂ ਪੰਜਾਬ ਦੇ ਮੁੱਖ ਮੰਤਰੀ ਨਾਲ ਸਹਿਮਤ ਹਾਂ। ਪੰਜਾਬ ਦੇ ਮੁੱਖ ਮੰਤਰੀ ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਚਾਈਨਾ ਨਾਲ ਸਾਡੇ ਸੰਬੰਧ ਚੰਗੇ ਨਹੀਂ, ਪਾਕਿਸਤਾਨ ਨਾਲ ਸਾਡੇ ਸੰਬੰਧ ਦੁਸ਼ਮਣੀ ਵਾਲੇ ਹੈ। ISI ਨੇ ਪਹਿਲਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਹੈ। ਜੇ ਅੱਜ ਅਸੀਂ ਉਹਨਾਂ ਨੂੰ ਇੱਕ ਵਾਲਨ ਜਿਹੜਾ ਹੈਗਾ ਤਿਆਰ ਕਰਕੇ ਦੇ ਦਿਆਂਗੇ ਤਾਂ ਇਸ ਵਾਲਨ ਨੂੰ ਸਹਿਜੇ ਤੇ ਬੜੀ ਆਸਾਨੀ ਦੇ ਨਾਲ ਉਹ ਪਲੀਤਾ ਲਾ ਸਕਦੇ। ਅਗਰ ਉਹ ਪਲੀਤਾ ਲੱਗ ਗਿਆ ਤਾਂ ਬੜੀ ਭਿਆਨਕਤਾ ਹੋਣੀ ਹੈ। ਪੰਜਾਬ ਨੇ ਬੜਾ ਮਾੜਾ ਦੌਰ ਦੇਖਿਆ। ਉਸ ਦੌਰ ਦੀ ਵਜ੍ਹਾ ਕਾਰਨ ਪੰਜਾਬ ਘੱਟੋ ਘੱਟ 50 ਸਾਲ ਪਿੱਛੇ ਪੈ ਗਿਆ। ਜਿਹੜਾ ਪੰਜਾਬ ਨੰਬਰ 1 ਦਾ ਸੂਬਾ ਹੁੰਦਾ ਸੀ, ਅੱਜ ਉਸ ਪੰਜਾਬ ਦੀ ਹਾਲਤ ਦੇਖੋ ਕੀ ਹੋਈ ਵੀ ਹੈ ਕਿ ਜਿਹੜੇ ਸੂਬੇ ਸਾਡੇ ਵਿੱਚੋਂ ਪੈਦਾ ਹੋਏ ਹੈ ਉਹ ਸਾਡੇ ਨਾਲ ਅੱਗੇ ਤੇ ਅਸੀਂ ਉਹਨਾਂ ਨਾਲ ਪਿੱਛੇ। ਸੋ ਇਹ ਇੱਕ ਇਹੋ ਜਿਹਾ ਜਿਹੜਾ ਪੜਾਅ ਹੈ, ਜਿਸ ਪੜਾਅ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਦੋਨਾਂ ਨੂੰ ਬਹੁਤ ਹੀ ਸਿਆਣਪ ਦੇ ਨਾਲ ਤੇ ਆਪਸੀ ਮਿਲਵਰਤਨ ਦੇ ਨਾਲ, ਸਹਿਯੋਗ ਦੇ ਨਾਲ ਸਥਿਤੀ ਨੂੰ ਡਿਫਿਊਜ਼ ਕਰਨਾ ਚਾਹੀਦਾ ਹੈ। ਜਿਹੜੀ ਬੇਚੈਨੀ ਪੈਦਾ ਹੋਈ ਹੈ ਉਸ ਬੇਚੈਨੀ ਨੂੰ ਸ਼ਾਂਤ ਕਰਨਾ ਚਾਹੀਦਾ। ਕਿਤੇ ਇਹ ਨਾ ਹੋਵੇ ਕਿ ਫਿਰ ਇਹਨਾਂ ਦੇ ਹੱਥੋਂ ਗੱਲ ਨਿਕਲ ਜਾਵੇ ਤੇ ਸਾਹਮਣੇ ਨਹੀਂ ਨਤੀਜਾ ਫਿਰ ਉਹੀ ਪਹਿਲਾਂ ਜਿਹੜਾ ਆਪਾਂ ਭੁਗਤ ਚੁੱਕੇ ਉਹਦੇ ਬਾਰੇ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਇਤਫਾਕ ਰੱਖਦਾ ਵੀ ਜਿਸ ਤਰ੍ਹਾਂ ਕਿਉਂਕਿ ਜਿਸ ਢੰਗ ਨਾਲ ਵੱਡੇ ਪੱਧਰ ਤੇ ਸਾਡਾ ਯੂਥ ਇਨਵੋਲਵ ਹੈ ਇਸ ਵੇਲੇ ਐਜੀਟੇਸ਼ਨ ਦੇ ਵਿੱਚ, ਤੇ ਇੱਕ ਖਾਸ ਗੱਲ ਮੈਂ ਢਿੱਲੋਂ ਸਾਹਿਬ ਇਹ ਵੀ ਕਹਿਣਾ ਚਾਹੁੰਦਾ ਕਿ ਤਕਰੀਬਨ 2.5 ਦਹਾਕੇ ਹੋ ਚੁੱਕੇ ਪੰਜਾਬ ਦੇ ਵਿੱਚੋਂ, ਜੇ ਆਪਾਂ ਕਹਿ ਸਕਦੇ ਪੰਜਾਬ 'ਚ ਸ਼ਾਂਤੀ ਦਾ ਦੌਰ ਸ਼ੁਰੂ ਹੋਇਆ ਨੂੰ। ਹੁਣ 2.5 ਦਹਾਕੇ ਦੇ ਵਿੱਚ ਪਿਛਲੇ 25 ਸਾਲ 27 ਸਾਲ ਤੱਕ ਦੇ ਜਿਹੜੇ ਬੱਚੇ ਨੌਜਵਾਨ ਨੇ, ਉਹਨਾਂ ਨੇ ਪੁਰਾਣੇ ਸਮੇਂ ਨੂੰ ਆਪਣੇ ਅੱਖੀਂ ਨਹੀਂ ਦੇਖਿਆ ਜਾਂ ਉਸ ਬਾਰੇ ਉਹਨਾਂ ਜ਼ਿਆਦਾ ਨਹੀਂ ਜਾਣਦੇ। ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦਿਆਂ ਨੇ ਉਹ ਸਮਾਂ ਦੇਖਿਆ ਜੀ, ਉਹ ਬੰਦੇ ਤਾਂ ਇਸ ਗੱਲ ਲਈ ਬਹੁਤ ਹਮੇਸ਼ਾ ਯਤਨਸ਼ੀਲ ਰਹਿਣਗੇ ਕਿ ਕਿਸੇ ਵੀ ਸੂਰਤ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ। ਜਿਹੜੇ ਛੋਟੇ ਬੱਚੇ ਹੈ ਜੋ ਖਾਸ ਕਰਕੇ ਯੰਗਸਟਰ ਹੈ ਜੀ, ਇਹਨਾਂ ਨੂੰ ਅਸੀਂ ਕਿਸ ਢੰਗ ਨਾਲ ਅਸੀਂ ਮਤਲਬ ਵੀ ਕਿਸ ਢੰਗ ਨਾਲ ਇਹਨਾਂ ਨੂੰ ਅਸੀਂ ਬੱਚਿਆਂ ਨੂੰ ਇਸ ਪ੍ਰੇਰ ਕੇ ਰੱਖੀਏ ਕਿ ਇਹ ਮਤਲਬ ਇਹਨਾਂ ਦੀਆਂ ਭਾਵਨਾਵਾਂ ਨੂੰ ਜ਼ਿਆਦਾ ਭੜਕਣ ਨਾ ਦਿੱਤਾ ਜਾਵੇ। ਮਤਲਬ ਮੈਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਵੀ ਜਿਹੜੇ ਬੱਚੇ 25 ਸਾਲ 27 ਸਾਲ ਦੀ ਉਮਰ ਦੇ ਨੇ, ਜਿਹੜੇ ਬੱਚਿਆਂ ਨੇ ਉਹ ਦੌਰ ਨਹੀਂ ਦੇਖਿਆ। ਮੇਰੀ ਉਮਰ 50 ਸਾਲ ਦੀ, ਅਸੀਂ ਉਸ ਚੀਜ਼ ਦੇ ਵਿੱਚ ਲੰਘੇ, ਅਸੀਂ ਕਾਲਜ ਸਕੂਲ ਟਾਈਮ ਦੇ ਵਿੱਚ ਦੇਖਿਆ ਅਨਸਰਟਨਟੀ ਦਾ ਜਿਹੜਾ ਇੱਕ ਅਨਿਸ਼ਚਿਤਤਾ ਦਾ ਦੌਰ ਸੀਗਾ, ਉਹਨੂੰ ਅਸੀਂ ਆਪਣੀ ਜਵਾਨੀ ਪਹਿਰੇ ਵੇਖਿਆ। ਤੇ ਖਾਸ ਕਰਕੇ ਜੋ ਬੱਚਿਆਂ ਨੇ ਨਹੀਂ ਦੇਖਿਆ ਤਾਂ ਕਈ ਵੀ ਉਸ ਗੱਲ ਦੀ ਉਨੀ ਸੰਜੀਦਗੀ ਨਾਲ ਸ਼ਾਇਦ ਨਹੀਂ ਲੈਂਦੇ। ਤੇ ਇਸ ਚੀਜ਼ ਦੇ ਮੱਦੇਨਜ਼ਰ ਮੈਨੂੰ ਇਹ ਲੱਗਦਾ ਵੀ ਖਾਸ ਕਰਕੇ ਜਿਹੜੇ ਸਾਡੇ ਇਸ ਜੋ ਐਜੂਕੇਸ਼ਨ ਹੈ ਇਹਦੇ ਪ੍ਰਬੰਧਕ ਨੇ ਜਾਂ ਮਤਲਬ ਪੇਰੈਂਟਸ ਨੂੰ ਵੀ ਇਸ ਗੱਲ ਵੱਲ ਵਿਸ਼ੇਸ਼ ਧਿਆਨ ਰੱਖਣਾ ਪੈਣਾ ਵੀ ਜਿਹੜੇ ਛੋਟੇ ਬੱਚੇ ਖਾਸ ਯੰਗਸਟਰ ਹੈ, ਇਹਨਾਂ ਬਾਰੇ ਤੁਸੀਂ ਥੋੜਾ ਚਾਨਣਾ ਪਾਓ ਵੀ ਇਹਨਾਂ ਨੂੰ ਆਪਾਂ ਕਿਸ ਢੰਗ ਨਾਲ ਬੱਚਿਆਂ ਨੂੰ ਵੀ ਅਸੀਂ ਮਤਲਬ ਸੇਫਲੀ ਇਹਨਾਂ ਨੂੰ ਗਾਈਡ ਕਰ ਸਕਦੇ। ਦੇਖੋ, ਜਦੋਂ ਤੁਸੀਂ ਉਸ ਦੌਰ ਦਾ ਜ਼ਿਕਰ ਕਰਦੇ ਹੋ ਜੀ, 1978 ਦੇ ਵਿੱਚ ਦੌਰ ਸ਼ੁਰੂ ਹੁੰਦਾ ਹੈ ਜਦੋਂ
ਅੰਮ੍ਰਿਤਸਰ ਦੇ ਵਿੱਚ ਕਲੈਸ਼ ਹੁੰਦਾ ਹੈ ਦੋ ਵੱਖ-ਵੱਖ ਵਿਚਾਰਾਂ ਵਾਲੇ ਲੋਕਾਂ ਦਾ। ਉਸ ਤੋਂ ਬਾਅਦ ਉਹਦਾ ਅੰਤ ਹੁੰਦਾ ਉਸ ਵੇਲੇ ਜਦੋਂ ਪੰਜਾਬ ਦੇ ਚੀਫ ਮਿਨਿਸਟਰ ਦਾ ਸ਼ਰੇਆਮ ਚੰਡੀਗੜ੍ਹ 'ਚ ਕਤਲ ਹੁੰਦਾ ਹੈ। 78 ਤੋਂ ਲੈ ਕੇ 95 ਤੱਕ ਦਾ ਦੌਰ ਹੈ ਜਿਹੜਾ ਉਹ ਹੈ। ਇਹ ਠੀਕ ਹੈ ਕਿ ਜਿਹੜੇ ਲੋਕ 1990 ਤੋਂ ਬਾਅਦ ਬੱਚੇ ਪੈਦਾ ਹੋਏ ਆ ਉਹਨਾਂ ਨੂੰ ਕੋਈ ਪਤਾ ਨਹੀਂ ਉਸ ਵੇਲੇ ਦਾ ਕਿ ਉਦੋਂ ਘੱਲੂ ਘਾਰੇ ਕੀ ਵਾਪਰੇ ਸੀ, ਕਿਉਂਕਿ ਚੀਜ਼ਾਂ ਪੜ੍ਹਨ ਵਾਲੀਆਂ ਹੋਰ ਹੁੰਦੀਆਂ, ਲੇਕਿਨ ਜਿਨ੍ਹਾਂ ਨੇ ਹੰਡਾਇਆ ਹੁੰਦਾ, ਹੱਡੀ ਹੰਡਾਇਆ ਹੁੰਦਾ, ਉਹਨਾਂ ਨੂੰ ਗੱਲ ਦਾ ਪਤਾ ਹੁੰਦਾ। ਮੈਂ ਜੇ ਉਸ ਦੌਰ ਦੇ ਉੱਤੇ ਨਜ਼ਰ ਮਾਰਾਂ ਤਾਂ ਮੇਰਾ ਖਿਆਲ ਹੈ ਵੀ ਪੰਜਾਬ ਦੀ ਕੋਈ ਵੀ ਰਾਜਸੀ ਧਿਰ ਨਹੀਂ ਸੀ ਬਚੀ ਜਿਹਨੂੰ ਸੇਕ ਨਾ ਲੱਗਿਆ ਹੋਵੇ। ਮਿਸਾਲ ਦੇ ਤੌਰ ਤੇ ਆਪਾਂ ਦੇਖੀਏ ਕਿ ਰੂਲਿੰਗ ਕਾਂਗਰਸ ਪਾਰਟੀ ਦੇ ਬੜੇ ਵੱਡੇ ਲੀਡਰ ਉਦੋਂ ਮਾਰੇ ਗਏ ਸੀ। ਜਿਹੜੀ ਨੈਸ਼ਨਲ ਲੈਵਲ ਦੇ ਤੇ ਰੂਲਿੰਗ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਲੀਡਰ ਮਾਰੇ ਗਏ ਸੀ। ਐਸੇ ਚੰਡੀਗੜ੍ਹ ਦੇ ਵਿੱਚ ਹਿਤਵਲਾਸ਼ੀ ਦਾ ਕਤਲ ਹੋਇਆ ਸੀ। ਮਿਸਟਰ ਜਿਹੜੇ ਹੈਗੇ ਹਰਵੰਸ ਲਾਲ ਦਾ ਕਤਲ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਸਾਡੇ ਮਨੋਰੰਜਨ ਕਾਲੀਆ ਜੀ ਹੈ, ਇਹਨਾਂ ਦੇ ਪਿਤਾ ਜੀ ਦਾ ਕਤਲ ਜਲੰਧਰ ਦੇ ਵਿੱਚ ਹੋਇਆ ਸੀ। ਜੇ ਅਸੀਂ ਮੀਡੀਆ ਨਾਲ ਸੰਬੰਧਿਤ ਦੇਖੀਏ ਤਾਂ ਦੋ ਵੱਡੀਆਂ ਸ਼ਖਸੀਅਤਾਂ ਲਾਲਾ ਜਗਤ ਨਾਰਾਇਣ ਦਾ ਤੇ ਰਮੇਸ਼ ਦਾ ਕਤਲ ਹੋਇਆ। ਅਕਾਲੀਆਂ ਦੇ ਵਿੱਚੋਂ ਅਸੀਂ ਦੇਖੀਏ ਤਾਂ ਅਕਾਲੀਆਂ ਦੇ ਵਿੱਚੋਂ ਬੜੇ ਵੱਡੇ ਬੰਦੇ ਆ ਜਿਹੜੇ ਉਸ ਸੰਘਰਸ਼ ਦੀ ਭੇਟ ਚੜ੍ਹ ਗਏ ਸੀ। ਇਹੀ ਚੀਜ਼ ਖੱਬੀਆਂ ਪਾਰਟੀਆਂ ਦਾ ਦੇਖੀਏ ਤਾਂ ਉਹਨਾਂ ਦਾ ਵੀ ਹੋ ਗਿਆ ਸੀ। ਇਹ ਠੀਕ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਨਹੀਂ ਪਤਾ, ਲੇਕਿਨ ਜਿਹੜੀਆਂ ਪੋਲੀਟੀਕਲ ਪਾਰਟੀਆਂ ਰਾਜ ਦੇ ਵਿੱਚ ਅੱਜ ਕੇਂਦਰ 'ਚ ਵੀ ਰਾਜ ਕਰਨ ਵਾਲੇ ਬੰਦੇ ਉਹ ਹੈ ਜਿਨ੍ਹਾਂ ਦੇ ਜਿਹੜੇ ਨੇੜਲੇ ਹੈ, ਜਿਨ੍ਹਾਂ ਦੇ ਨਜ਼ਦੀਕੀ ਹੈ, ਜਿਨ੍ਹਾਂ ਦੇ ਸਾਥੀ ਮਾਰੇ ਗਏ ਸੀ। ਇਦਾਂ ਜੇ ਅਸੀਂ ਦੇਖੀਏ ਤਾਂ ਫਿਰ ਤੁਸੀਂ ਦੇਖੋ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਮਾਰੇ ਗਏ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਪਤਾ ਹੈ, ਨਰਿੰਦਰ ਮੋਦੀ ਜੀ ਨੂੰ ਵੀ ਪਤਾ ਹੈ। ਇਹ ਜ਼ਿੰਮੇਵਾਰੀ ਇਹਨਾਂ ਦੋਨਾਂ ਪਾਰਟੀਆਂ ਦੀ ਬਣਦੀ ਹੈ। ਇਹ ਜ਼ਿੰਮੇਵਾਰੀ ਅਕਾਲੀ ਦਲ ਦੇ ਲੀਡਰਾਂ ਦੀ ਬਣਦੀ ਹੈ, ਇਹ ਜ਼ਿੰਮੇਵਾਰੀ ਖੱਬੀਆਂ ਪਾਰਟੀਆਂ ਦੇ ਲੀਡਰਾਂ ਦੀ ਬਣਦੀ ਹੈ। ਠੀਕ ਹੈ, ਜ਼ਿੰਮੇਵਾਰੀ ਨਿਭਾਉਂਦੇ ਆ ਕਿਸੇ ਹੱਦ ਤੱਕ, ਕਿਸਾਨ ਵੀ ਨਿਭਾਉਂਦੇ ਆ, ਕਿਸਾਨ ਲੀਡਰਸ਼ਿਪ ਸੁਚੇਤ ਹੈ ਇਸ ਗੱਲ ਤੋਂ, ਲੇਕਿਨ ਕਿਸਾਨ ਲੀਡਰਸ਼ਿਪ ਜਿਹੜੀ ਹੈਗੀ ਪੀੜਤ ਧਿਰ ਹੈ। ਪੀੜਤ ਧਿਰ ਨੂੰ ਸ਼ਾਂਤ ਕਰਨ ਦੇ ਵਿੱਚ ਯੋਗਦਾਨ ਜਿਹੜਾ ਜ਼ਿਆਦਾ ਸਰਕਾਰਾਂ ਨੇ ਪਾਉਣੇ, ਔਰ ਉਹਨਾਂ ਸਰਕਾਰਾਂ ਨੂੰ ਇਹ ਚਾਹੀਦਾ ਕਿ ਸਰਕਾਰਾਂ ਪਹਿਲ ਕਦਮੀ ਕਰਨ। ਮੈਂ ਲੇਟੈਸਟ ਹੀ ਗੱਲ ਕਰੂੰਗਾ ਕਿ ਬੜਾ ਲੰਬਾ ਸਮਾਂ ਹੋ ਗਿਆ ਸੀ ਜਦੋਂ ਦੀ ਖੜੋਤਾ ਹੀ ਹੈ, ਲੇਕਿਨ ਇਹ ਪਹਿਲਾ ਮੌਕਾ ਹੈ ਕਿ ਅੱਜ ਜੇਪੀ ਨੱਡਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਹੈ, ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਚਿੱਠੀ ਲਿਖਦੇ ਕਿ ਜੀ ਤੁਸੀਂ ਇੱਕ ਨੈਸ਼ਨਲ ਪਾਰਟੀ ਦੇ ਰੂਲਿੰਗ ਪਾਰਟੀ ਦੇ ਪ੍ਰਧਾਨ ਹੋ, ਤੁਸੀਂ ਆਪਣਾ ਅਸਰ ਸੂਪ ਪਾਓ। ਪਿਛਲੇ ਦਿਨਾਂ ਦੇ ਵਿੱਚ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਵੀ ਜ਼ਿਆਦਾ ਤੌਰ ਤੇ ਭਾਵੇਂ ਕੁਝ ਨਹੀਂ ਕਿਹਾ ਅੰਦਰ ਖਾਤੇ, ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਹਾਲਾਤ ਗਲਤ ਵਾਲੇ ਪਾਸੇ ਨੂੰ ਜਾ ਸਕਦੇ। ਇਹ ਠੀਕ ਹੈ ਤੁਹਾਡੀ ਗੱਲ ਕਿ ਜਿਹੜੀ ਹੈ ਨੌਜਵਾਨ ਪੀੜ੍ਹੀ ਨੂੰ ਨਹੀਂ ਪਤਾ। ਜੇ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਵਾਸਤੇ ਯੋਗਦਾਨ ਅਸੀਂ ਤੁਸੀਂ ਠੀਕ ਹੈ, ਆਪਾਂ ਗੱਲਾਂ ਕਰ ਸਕਦੇ ਹਾਂ, ਗੋਸ਼ਟੀਆਂ ਕਰ ਸਕਦੇ ਹਾਂ, ਅਖਬਾਰਾਂ 'ਚ ਲਿਖ ਸਕਦੇ ਹਾਂ, ਟੈਲੀਵਿਜ਼ਨ 'ਤੇ ਜਾ ਕੇ ਗੱਲ ਕਰ ਸਕਦੇ ਹਾਂ, ਲੇਕਿਨ ਜਿਨ੍ਹਾਂ ਦੇ ਕੋਲੇ ਪਾਵਰ ਹੈ, ਜਿਹੜੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ, ਉਹਨਾਂ ਦੀ ਜਿਹੜੀ ਆਵਾਜ਼ ਮੋੜ ਸਕਦੇ ਆ, ਉਹ ਸਰਕਾਰਾਂ ਵਾਲੇ। ਔਰ ਸਰਕਾਰਾਂ ਜਿਹੜੀਆਂ ਹੈਗੀਆਂ ਦੋਨਾਂ ਥਾਵਾਂ 'ਤੇ, ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ, ਕੈਪਟਨ ਅਮਰਿੰਦਰ ਸਿੰਘ ਹੋਣੀ ਉਸ ਦੌਰ ਦੇ ਵਿੱਚੋਂ ਗੁਜ਼ਰੇ ਹੋਏ, ਇਹਨਾਂ ਨੇ ਸਭ ਕੁਝ ਦੇਖਿਆ ਹੋਇਆ। ਨਰਿੰਦਰ ਮੋਦੀ ਹੋਣੀ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਬਣਦੇ, ਪੰਜਾਬ ਨਾਲ ਤਾਂ ਉਹਨਾਂ ਦਾ ਬੜਾ ਪੁਰਾਣਾ ਨਾਤਾ ਹੈ। ਐਮਰਜੈਂਸੀ ਦੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਕੰਮ ਕਰਦੇ ਰਹੇ, ਪੰਜਾਬ ਦੇ ਵਿੱਚ ਇੱਕ ਸਿੱਖ ਦਾ ਰੂਪ ਧਾਰ ਕੇ ਇੱਥੇ ਫਿਰਦੇ ਰਹੇ, ਪੰਜਾਬ ਦੀ ਮਾਨਸਿਕਤਾ ਨੂੰ ਸਮਝਦੇ। ਉਹ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਇੰਚਾਰਜ ਰਹੇ। ਪੰਜਾਬ ਦੀ ਜਿਹੜੀ ਹੈਗੀ ਸਿੱਖੀ ਦਾ ਕਰੈਕਟਰ ਕੀ ਹੈ, ਸਿੱਖ ਇਤਿਹਾਸ ਕੀ ਹੈ, ਮੇਰੇ ਖਿਆਲ ਮੁਤਾਬਕ ਜੇ ਆਪਾਂ ਦੇਖੀਏ ਕਿਸੇ ਪੁਰਾਣੇ ਜ਼ਮਾਨੇ ਤੋਂ ਅਬਦਾਲੀਆਂ ਤੋਂ ਲੈ ਲਈਏ ਤਾਂ ਜਦੋਂ ਵੀ ਸਾਡੇ ਧਾਰਮਿਕ ਹਿੱਤਾਂ ਦੇ ਨਾਲ ਖਿਲਵਾੜ ਹੋਇਆ ਉਦੋਂ ਮੁਲਕ ਨੂੰ ਬਹੁਤ ਖਮਿਆਜਾ ਭੁਗਤਣਾ ਪਿਆ। ਇਹ ਚੀਜ਼ਾਂ ਤੋਂ ਨਰਿੰਦਰ ਮੋਦੀ ਹੋਣੀ ਵੀ ਚੰਗੀ ਤਰ੍ਹਾਂ ਜਾਣਦੇ ਹੈ, ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਜਾਣਦੇ। ਚਾਹੀਦਾ ਇਹ ਦੋਨਾਂ ਸਰਕਾਰਾਂ ਨੂੰ, ਦੂਜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਦੀ ਮਦਦ ਕਰ ਸਕਦੀ ਹੈ, ਪਹਿਲ ਕਦਮੀ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ। ਔਰ ਜਿਹੜੀ ਸਾਡੀ ਕਿਸਾਨ ਲੀਡਰਸ਼ਿਪ ਹੈ, ਬਹੁਤ ਲੰਬੇ ਅਰਸੇ ਬਾਅਦ ਇਹ ਦੇਖਿਆ ਕਿ ਟੋਟਲ ਕਿਸਾਨ ਮੂਵਮੈਂਟ ਪੰਜਾਬ ਦੀ ਇਕੱਠੀ ਹੋਈ ਵੀ ਹੈ, ਔਰ ਇਹਨੇ ਜਿਹੜਾ ਹੈ ਕਿ ਰਾਹ ਦਿਖਾਇਆ ਦੇਸ਼ ਦੀ ਕਿਸਾਨੀ ਨੂੰ। ਉਹਨਾਂ ਦੀ ਜਿਹੜੀ ਹੈਗੀ ਅਪਰੋਚ ਪੋਜ਼ਿਟਿਵ ਹੈ, ਲੇਕਿਨ ਜੇ ਥੋੜਾ ਬਹੁਤਾ ਉਹਨਾਂ ਨੂੰ ਵੀ ਪਿਛਾਂਹ ਹਟਣਾ ਪੈਂਦਾ ਹੈ ਤਾਂ ਮੇਰਾ ਖਿਆਲ ਉਹਨਾਂ ਨੂੰ ਹਟਣਾ ਚਾਹੀਦਾ। ਮਹਾਤਮਾ ਗਾਂਧੀ ਵਾਲੀ ਪਾਲਿਸੀ ਤੇ ਚੱਲਣਾ ਚਾਹੀਦਾ ਹੈ ਕਿ ਹਾਲਾਤ ਖਰਾਬ ਨਾ ਹੋਣ ਦੇਣ। ਜਦੋਂ ਪਤਾ ਲੱਗਦਾ ਕਿ ਹਾਲਾਤ ਖਰਾਬ ਹੁੰਦੇ ਹੈ ਉਸ ਵੇਲੇ ਭਾਵੇਂ ਉਹਨਾਂ ਨੂੰ ਆਪਣਾ ਜਿਹੜਾ ਅੰਦੋਲਨ ਮੁਲਤਵੀ ਕਰਨਾ ਪੈ ਜਾਏ, ਕਿਉਂਕਿ ਯੂਥ ਨੂੰ ਭੱਠੀ ਦਾ ਬਾਲਣ ਨਾ ਬਣਨ ਦਿੱਤਾ ਜਾਵੇ। ਜੇ ਯੂਥ ਭੱਠੀ ਦਾ ਬਾਲਣ ਬਣਦਾ ਹੈ ਤਾਂ ਪੰਜਾਬ ਤਬਾਹ ਹੋ ਜੂ। ਪੰਜਾਬ ਮੁੜ ਕੇ ਜਿਹੜਾ ਪੁਰਾਣਾ ਜਿਹੜੇ ਸਾਡਾ ਨੁਕਸਾਨ ਹੋਇਆ ਉਹਦੇ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਹੋਇਆ। ਇੱਕ ਢਿੱਲੋਂ ਸਾਹਿਬ, ਤੁਸੀਂ ਜੋ ਮੌਜੂਦਾ ਸੰਘਰਸ਼ ਹੈ ਇਸ ਵਿੱਚ ਕੀ ਸੋਚਦੇ ਵੀ ਕਾਫੀ ਲੰਬਾ ਖਿੱਚੇਗਾ? ਕਿਸ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕੀ ਰੁਖ ਲੈ ਸਕਦਾ ਹੈ? ਸਾਡੇ ਮੈਂ ਜਾਣਨਾ ਚਾਹਾਂਗਾ। ਇਹ ਅਸਲ ਦੇ ਵਿੱਚ ਹੈ ਜੀ, ਸੰਘਰਸ਼ ਵਾਲੀਆਂ ਧਿਰਾਂ ਜਿਹੜੀਆਂ ਉਹ ਸਮਝਦੀਆਂ ਇਸ ਗੱਲ ਨੂੰ ਕਿ ਜਿੰਨਾ ਸੰਘਰਸ਼ ਲੰਬਾ ਹੋਵੇ ਉਹਨਾਂ ਨੁਕਸਾਨਦਾਇਕ ਹੁੰਦਾ ਹੈ। ਸਰਕਾਰਾਂ ਦੀ ਸ਼ਾਇਦ ਪਾਲਿਸੀ ਇਹ ਹੋਰ ਕਿ ਸਰਕਾਰਾਂ ਨੂੰ ਵਧਾਉਣਾ ਚਾਹੀਦੀਆਂ, ਪਰ ਜੇ ਸੰਘਰਸ਼ ਲੰਬਾ ਖਿੱਚਦਾ ਇਹਦੇ ਵਿੱਚ ਫਰਸਟ੍ਰੇਸ਼ਨ ਪੈਦਾ ਹੋਣੀ ਹੈ ਯੂਥ 'ਚੋਂ,
ਔਰ ਉਹ ਫਰਸਟ੍ਰੇਸ਼ਨ ਜਿਹੜੀ ਹੈਗੀ ਉਹਦਾ ਫਰਸਟ੍ਰੇਸ਼ਨ ਦਾ ਫਾਇਦਾ ਵਿਦੇਸ਼ੀ ਤਾਕਤਾਂ ਉਠਾਉਣਗੀਆਂ, ਸਾਡੇ ਦੇਸ਼ ਦੇ ਦੁਸ਼ਮਣ ਉਠਾਉਣਗੇ। ਉਹ ਸਾਡੇ ਲਈ ਬਹੁਤ ਘਾਤਕ ਹੋਊਗਾ। ਇਹ ਲੰਬਾ ਵੀ ਖਿੱਚਿਆ ਜਾ ਸਕਦਾ ਹੈ, ਅੜੀ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜੇ ਦੇਸ਼ ਦੇ ਹਾਕਮ ਹੁੰਦੇ ਹੈ, ਆਮ ਤੌਰ ਤੇ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਰਹੇ ਕਿ ਜਿਹੜੇ ਹਾਕਮ ਹੁੰਦੇ ਹੈ, ਰਾਜੇ ਹੈ ਜਿਹੜੇ ਪ੍ਰਜਾ ਨਾਲ ਇਨਸਾਫ ਕਰਦੇ ਹੁੰਦੇ। ਰਾਜਿਆਂ ਨੂੰ ਜਿਹੜੀ ਹੈਗੀ ਹੈ, ਜਿਹੜੀ ਬਾਦਸ਼ਾਹਾਂ ਨੂੰ ਪ੍ਰਜਾ ਦੀ ਸੋਚਣੀ ਢਿੱਲੋਂ ਸਾਹਿਬ, ਤੁਸੀਂ ਜਿਵੇਂ ਹੁਣ ਤੁਸੀਂ ਤਾਂ ਸਾਰਾ ਦਿਨ ਫੀਲਡ ਦੇ ਵਿੱਚ ਰਹਿੰਦੇ ਹੋ, ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜੋ ਕਿਸਾਨ ਜਥੇਬੰਦੀਆਂ ਦਾ ਜਿਹੜਾ ਇੱਕ ਹੈ, ਅਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੇ ਵਿੱਚ ਵੀ ਕੋਈ ਤੁਹਾਨੂੰ ਲੱਗਦਾ ਕੋਈ ਸੰਘਰਸ਼ ਨੂੰ ਤਿੱਖਾ ਕਰਨ ਲਈ ਜਾਂ ਸੰਘਰਸ਼ ਨੂੰ ਕੋਈ ਨਵਾਂ ਰੂਪ ਦੇਣ ਲਈ ਕੋਈ ਨੇੜੇ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਤਬਦੀਲੀ ਆਉਂਦੀ ਲੱਗ ਰਹੀ ਹੈ? ਦੇਖੋ, ਤਬਦੀਲੀ ਆ ਰਹੀ ਹੈ ਕਿ ਜਿਵੇਂ 5 ਤਾਰੀਖ ਨੂੰ ਸਾਰੇ ਦੇਸ਼ ਦੇ ਵਿੱਚ ਚੱਕਾ ਜਾਮ ਕਰਨ ਦਾ ਜਿਹੜਾ ਫੈਸਲਾ ਹੋਇਆ ਹੈ, ਉਹਦੀ ਸ਼ੁਰੂਆਤ ਪੰਜਾਬ ਤੋਂ ਹੀ ਹੋਈ ਹੈ ਜੀ। ਪੰਜਾਬ ਦੇ ਸੰਘਰਸ਼ ਨੂੰ ਦੇਖ ਕੇ ਦੇਸ਼ ਦੀਆਂ ਲਗਭਗ 350 ਕਿਸਾਨ ਜਥੇਬੰਦੀਆਂ ਦਿੱਲੀ 'ਚ ਇਕੱਠਾ ਹੁੰਦੀਆਂ, ਔਰ ਉੱਥੇ ਉਹਨਾਂ ਨੇ 5 ਤਾਰੀਖ ਨੂੰ ਸਵੇਰੇ 12 ਵਜੇ, ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦਾ ਜਿਹੜਾ ਚੱਕਾ ਜਾਮ ਦਾ ਸੱਦਾ ਦਿੱਤਾ ਹੈ। ਬਾਅਦ ਦੇ ਵਿੱਚ 26, 27 ਦੋ ਦਿਨਾਂ ਇਕੱਠਾ ਹੋ ਕੇ ਫਿਰ 28 ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਮਾਰਚ ਕੱਢਣ ਦੀ ਗੱਲ ਕੀਤੀ ਹੈ, ਜਾਂ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਗੱਲ ਕੀਤੀ ਹੈ। ਉਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਹੈਗਾ ਕਿਸਾਨ ਅੰਦੋਲਨ, ਇਹਦਾ ਸਰੂਪ ਹੈ ਜਿਹੜਾ ਇੱਕ ਸੂਬੇ ਤੱਕ ਨਾ ਰਹਿ ਕੇ ਨੈਸ਼ਨਲ ਲੈਵਲ ਦੇ ਉੱਤੇ ਫੈਲ ਰਿਹਾ, ਔਰ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਫੈਲਣ ਵਾਲੀ ਗੱਲ ਹੈ, ਇਹਦੇ ਵਿੱਚੋਂ ਬੜਾ ਕੁਝ ਨਿਕਲਣਾ ਹੋਰ। ਜੇ ਅਮਨਪੂਰਵਕ ਇਹ ਐਵੇਂ ਚੱਲਦਾ ਰਹੇ ਤਾਂ ਮੇਰਾ ਖਿਆਲ ਹੈ ਸਾਡੇ ਰਾਜਨੀਤਿਕ ਸਿਸਟਮ ਦੇ ਵਿੱਚ ਤਬਦੀਲੀ ਦੇ ਲਈ ਇੱਕ ਨਵੀਂ ਕਿਸਮ ਦੀ ਲੀਡਰਸ਼ਿਪ ਵੀ ਇਹਦੇ 'ਚੋਂ ਪੈਦਾ ਹੋਣੀ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਪਹਿਲਾ ਮੌਕਾ ਹੈ ਕਿਸੇ ਜ਼ਮਾਨੇ ਦੇ ਵਿੱਚ ਹੈ ਕਿ ਪੋਲੀਟੀਕਲ ਧਿਰਾਂ ਜਿਹੜੀਆਂ ਉਹ ਕਿਸਾਨਾਂ ਨੂੰ, ਲੋਕਾਂ ਨੂੰ ਡਿਕਟੇਟ ਕਰਦੀਆਂ ਹੁੰਦੀਆਂ ਸੀ। ਪੰਜਾਬ ਦੀ ਵਿਧਾਨ ਸਭਾ ਦਾ ਜੇ ਆਪਾਂ ਦੇਖੀਏ, ਜੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੈਰਲਲ ਰੈਜੂਲੇਸ਼ਨ ਕੇਂਦਰ ਦੇ ਖਿਲਾਫ ਬਿੱਲ ਪਾਸ ਕੀਤੇ ਹੈ, ਉਹਨਾਂ ਦੇ ਕੇਂਦਰ ਦੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਰੈਜੂਲੇਸ਼ਨ ਪਾਸ ਕੀਤਾ ਹੈ, ਇਹ ਜੋ ਕੁਛ ਹੋਇਆ ਅਸੈਂਬਲੀ ਦੇ ਅੰਦਰ, ਸਾਰੀਆਂ ਰਾਜਸੀ ਧਿਰਾਂ ਨੇ ਇੱਕ ਏਕਾ ਦਿਖਾਇਆ। ਉਹ ਏਕਾ ਦਿਖਾਉਣ ਦਾ ਕਾਰਨ ਵੀ ਕਿਸਾਨ ਅੰਦੋਲਨ ਹੈ, ਔਰ ਇਹਦੇ ਵਿੱਚੋਂ ਇੱਕ ਜਿਹੜੀ ਹੈ ਚੰਗੀ ਪੋਜ਼ਿਟਿਵ ਜਿਹੜੀ ਹੈ, ਜੇ ਪੁਰਅਮਨ ਤਰੀਕੇ ਦੇ ਨਾਲ ਇਹ ਚੱਲਦਾ ਰਹੇ ਤਾਂ ਇੱਕ ਚੰਗੀ ਵਧੀਆ ਇਹਦੇ 'ਚੋਂ ਚੇਂਜ ਵਾਲੀ ਗੱਲ ਵੀ ਨਿਕਲਦੀ ਹੈ। ਢਿੱਲੋਂ ਸਾਹਿਬ, ਤੁਸੀਂ ਇਹ ਨਹੀਂ ਤੁਹਾਨੂੰ ਲੱਗ ਰਿਹਾ ਕਿ ਬੜੇ ਚਿਰਾਂ ਬਾਅਦ, ਜਾਨੀ ਕਿ ਆਪਾਂ ਕਹਿ ਲਈ ਭਾਵੇਂ ਓਵਰਡਿਊ ਕਹਿ ਲਓ, ਕਿ ਕਿਸਾਨਾਂ ਦਾ, ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਜਥੇਬੰਦ ਹੋਣਾ ਇਹ ਸਮੇਂ ਦੀ ਲੋੜ ਨਹੀਂ ਬਣ ਗਿਆ ਸੀ? ਕਿ ਇਹ ਬਿੱਲ ਉਸ ਚੀਜ਼ ਦਾ ਧੁਰਾ ਬਣ ਰਹੇ ਨੇ? ਦੇਖੋ ਆਲੂਵਾਲੀਆ ਜੀ, ਆਪਾਂ ਜਿਸ ਇਲਾਕੇ 'ਚੋਂ ਆ ਰਹੇ ਹਾਂ, ਆਪਣੇ ਇਲਾਕੇ ਨੇ 48 ਤੋਂ ਲੈ ਕੇ 52, 53, 55, 57 ਤੱਕ ਜਿਹੜਾ ਦੌਰ ਦੇਖਿਆ ਪ੍ਰਜਾ ਮੰਡਲ ਵਾਲਾ, ਮੁਜ਼ਾਹਰਾ ਮੂਵਮੈਂਟ ਵਾਲਾ, ਉਸ ਵੇਲੇ ਜਿਹੜੀ ਹੈਗੀ ਹੈ ਮੁਜ਼ਾਹਰਾ ਮੂਵਮੈਂਟ ਵੇਲੇ ਜਿਹੜੀ ਮੂਵਮੈਂਟ ਉੱਠੀ ਸੀ, ਉਹ ਸਿਰਫ ਕੁਝ ਇਲਾਕਿਆਂ ਦੀ ਸੀ, ਔਰ ਉਹ ਉਸ ਲੀਡਰਸ਼ਿਪ ਨੇ, ਹਾਲਾਂਕਿ ਰਾਜਨੀਤਿਕ ਤੌਰ ਤੇ ਭਾਵੇਂ ਗੱਲ ਸੀ, ਜਥੇਬੰਦਕ ਤੌਰ ਤੇ ਸੰਘਰਸ਼ ਐਡਾ ਵੱਡਾ ਚਲਾਇਆ ਸੀ ਕਿ 784 ਪਿੰਡਾਂ ਦੇ ਵਿੱਚੋਂ ਜ਼ਗੀਰਦਾਰੀ ਦਾ ਖਾਤਮਾ ਹੋ ਕੇ ਹਲਵਾਕਾਂ ਨੂੰ ਜ਼ਮੀਨ ਦੀ ਮਾਲਕੀ ਮਿਲ ਗਈ ਸੀ। ਔਰ ਉਦੋਂ ਜਦੋਂ ਗੱਲ ਕਰਦੇ ਹੁੰਦੇ ਸੀ, ਮੈਂ ਉਸ ਕਿਸਮ ਦੀ ਉਦੋਂ ਉਸ ਵੇਲੇ ਦੀ ਹਿਸਟਰੀ ਪੜ੍ਹਦਾ ਤਾਂ ਫਿਰ ਇਹ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ 'ਚ ਜਾ ਕੇ ਦਾਖਲ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੁਨੀਆ ਦੇ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੇ ਜ਼ਮੀਨਾਂ ਦੇ ਮਾਲਕੀ ਦਾ ਹੱਕ ਹਲਵਾਕਾਂ ਨੂੰ ਦਿੱਤਾ ਸੀ। ਫਿਰ ਇਹ ਆ ਗਿਆ ਉਹ ਦੌਰ, ਹੁਣ ਇਹ ਆ ਗਿਆ ਉਹ ਦੌਰ ਜਦੋਂ ਕਿਸਾਨੀ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਦੇਸ਼ ਭਰ ਦੀ ਕਿਸਾਨੀ ਹੈ ਜਿਹੜੀ ਉਹ ਇਕਮੁੱਠ ਹੋ ਕੇ ਖੜੀ ਹੋਈ ਹੈ। ਇਹ ਵਕਤ ਦੀ ਲੋੜ ਹੈ, ਕਿਉਂਕਿ ਇਹੀ ਚੀਜ਼ ਹੈ ਕਿ ਜੇ ਪੋਜ਼ਿਟਿਵ ਤੁਸੀਂ ਪੁਰਅਮਨ ਰਹਿ ਕੇ ਕੋਈ ਅੰਦੋਲਨ ਕਰੋਗੇ, ਪੁਰਅਮਨ ਰਹਿ ਕੇ ਜਦੋਜਹਿਦ ਕਰੋਗੇ ਤਾਂ ਉਹਦੇ ਵਿੱਚੋਂ ਪੋਜ਼ਿਟਿਵਿਟੀ ਨਿਕਲਦੀ ਹੈ। ਜੇ ਅਸੀਂ ਉਹਨੂੰ ਠੀਕ ਤਰੀਕੇ ਨਾਲ ਨਾ ਚਲਾਵਾਂਗੇ ਤਾਂ ਫਿਰ ਅਨਾਰਕੀ ਫੈਲਦੀ ਹੈ। ਅਨਾਰਕੀ ਦੇ ਨਾਲੋਂ ਜਿਹੜੀ ਜਥੇਬੰਦਕ ਮੂਵਮੈਂਟ ਹੈ ਉਹ ਦੇਸ਼ ਦੀ ਸਿਹਤ ਵਾਸਤੇ, ਦੇਸ਼ ਦੀ ਰਾਜਸੀ ਸਿਹਤ ਵਾਸਤੇ ਕਿਤੇ ਵੱਧ ਜਿਹੜੀ ਹੈ ਉਹ ਫਾਇਦੇਮੰਦ ਹੁੰਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੁਸੀਂ ਆਪਣੇ ਜੋ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਹੈ, ਤੁਸੀਂ ਬਹੁਤ ਵਧੀਆ ਢੰਗ ਨਾਲ ਆਪਣੀ ਗੱਲ ਰੱਖੀ ਹੈ। ਇੱਕ ਵਾਰ ਫਿਰ ਤੁਹਾਡਾ ਧੰਨਵਾਦ। ਸ਼ੁਕਰੀਆ। ਇਹ ਵਿਚਾਰ ਚਰਚਾ ਤੁਹਾਨੂੰ ਕਿਸ ਤਰ੍ਹਾਂ ਲੱਗੀ, ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਰਜ ਕਰਨਾ, ਤਾਂ ਕਿ ਅਸੀਂ ਅੱਗੇ ਤੋਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਸਕੀਏ। ਧੰਨਵਾਦ।